ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਭਾਰਤ ਦੇ ਮੂਲ ਨਿਵਾਸੀ ਪੰਜਾਬੀ ਭੈਣ ਭਰਾਓ, ਮੈਂ ਆਪ ਜੀ ਦਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਸਾਥੀਓ, ਮੈਂ ਹੁਣੇ ਥੋੜੀ ਦੇਰ ਪਹਿਲਾਂ ਲਾਈਵ ਹੋਇਆ ਸਾਂ ਤੇ ਮੇਰੀ ਵੀਡੀਓ ਜੋ ਹੈ ਉਹ ਟੈਕਨੀਕਲ ਕਿਸੇ ਕਾਰਨ ਕਰਕੇ ਉਹਦੇ 'ਚ ਐਰਰ ਆ ਗਿਆ ਤੇ ਉਹ ਡਿਲੀਟ ਹੋ ਗਈ ਹੈ ਜਾਂ ਡਿਲੀਟ ਕਰਵਾ ਦਿੱਤੀ ਗਈ ਹੈ, ਮੈਨੂੰ ਨਹੀਂ ਪਤਾ। ਲੇਕਿਨ ਮੈਂ ਸੱਚ ਬੋਲਾਂਗਾ ਔਰ ਸੱਚ ਦੇ ਰਾਹ ਤੇ ਚੱਲਦਿਆਂ ਹੋਇਆਂ ਅਗਰ ਕਿਸੇ ਟਾਈਮ ਜੇ ਮੈਨੂੰ ਸੂਲੀ ਤੇ ਵੀ ਚੜ੍ਹਨਾ ਪੈ ਗਿਆ ਤੇ ਮੈਂ ਪਿੱਛੇ ਨਹੀਂ ਹਟਾਂਗਾ। ਸਾਥੀਓ, ਆਪ ਸਭ ਨੇ ਸਵੇਰ ਦੀ ਇੱਕ ਖਬਰ ਸੁਣੀ ਹੋਣੀ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਇੱਕ ਕਤਲ ਹੋਇਆ। ਉਹ ਜਿਸ ਦਾ ਕਤਲ ਹੋਇਆ ਆ ਉਹਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਨੇ। ਚੀਮਾ ਕਲਾ ਪਿੰਡ ਦਾ ਉਹ ਰਹਿਣ ਵਾਲਾ ਆ। ਜਿੱਥੇ ਉਹ ਰਹਿਣ ਵਾਲਾ ਆ ਉਹਦੇ ਪਰਿਵਾਰਕ ਮੈਂਬਰ ਤੇ ਪੂਰੇ ਪਿੰਡ ਦੇ ਲੋਕ ਸਾਹਮਣੇ ਆਏ ਨੇ। ਉਹਨਾਂ ਨੇ ਕਿਹਾ ਵੀ ਇਹ ਬੰਦਾ ਇਦਾਂ ਦਾ ਨਹੀਂ ਸੀ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹ ਇਹਨਾਂ ਹੀ ਜਿਨ੍ਹਾਂ ਨੇ ਉਸ ਗਰੀਬ ਦਾ ਕਤਲ ਕੀਤਾ ਹੈ, ਮੈਂ ਉਹਨੂੰ ਕਿਸੇ ਜਾਤ ਨਾਲ ਨਹੀਂ ਜੋੜਦਾ, ਪਰ ਮੈਂ ਇਹ ਗੱਲ ਕਹਿਣਾ ਆ ਗਰੀਬ ਗਰੀਬ ਆ। ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਇਹਨੇ, ਦਰਅਸਲ ਕਿਆ ਉਹਨਾਂ ਦੇ ਕੋਲ ਕੋਈ ਸਬੂਤ ਹੈ? ਕਿਆ ਕੋਈ ਐਵੀਡੈਂਸ ਪੇਸ਼ ਕਰ ਸਕਦੇ ਆ ਕਿ ਇਹਨੇ ਬੇਅਦਬੀ ਕੀਤੀ ਹੈ? ਜਿਹੜਾ ਬੰਦਾ ਉਹਨਾਂ ਦੇ ਨਾਲ 3-4 ਦਿਨ ਤੋਂ ਲਗਾਤਾਰ ਰਹਿ ਰਿਹਾ ਆ, ਉਹ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਸਕਦਾ ਆ? ਸੋ ਸਾਥੀਓ, ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ। ਔਰ ਜੋ ਬਿਆਨ ਮੈਂ ਉਗਰਾਹਾਂ ਸਾਹਿਬ ਦਾ 32 ਕਿਸਾਨ ਜਥੇਬੰਦੀਆਂ ਦੇ ਆਗੂ ਉਗਰਾਹਾਂ ਸਾਹਿਬ, ਚੜੂਨੀ ਸਾਹਿਬ, ਉਹਨਾਂ ਨੇ ਜੋ ਬਿਆਨ ਦਿੱਤੇ ਆ ਆਪਣੇ, ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਕਿ ਜੇ 32 ਕਿਸਾਨ ਜਥੇਬੰਦੀਆਂ ਆ ਤੇ 32 ਨਿਹੰਗ ਸਿੰਘ ਜਥੇਬੰਦੀਆਂ ਨੇ, ਉਹਨਾਂ ਤੇ ਪਤਾ ਨਹੀਂ ਕਿਹੜੀ ਜਥੇਬੰਦੀ ਆ ਜਿਨ੍ਹਾਂ ਨੇ ਇਹ ਕਤਲ ਕੀਤਾ ਆ। ਮੈਂ ਸਮਝਦਾ ਆ ਕਿ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਹਨੇ ਕਤਲ ਕੀਤਾ ਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਹੀ ਮਨੁੱਖਤਾ ਦੀ ਬਿਹਤਰੀ ਆ, ਮਾਨਵਤਾ ਦੀ ਬਰਾਬਰੀ ਆ, ਤੇ ਮਾਨਵਤਾ ਦੀ ਬਿਹਤਰੀ ਦੇ ਲਈ ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਮਹਾਪੁਰਸ਼ਾਂ ਨੇ ਬਲੀਦਾਨ ਦਿੱਤੇ ਆ, ਬੰਦ ਕਟਵਾਏ ਆ, ਚਰਖੜੀਆਂ ਤੇ ਚੜੇ ਆ। ਗੁਰੂ ਕਲਗੀਧਰ ਪਿਤਾ ਨੇ ਆਪਣਾ ਬੱਚੇ ਪਰਿਵਾਰ ਵਾਰਿਆ ਆ। ਕਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਜੋ ਮਹਾਪੁਰਸ਼ ਨੇ, ਕਿਆ ਉਹਨਾਂ ਦੀ ਸੋਚ ਇਹ ਸੀਗੀ ਵੀ ਤੁਸੀਂ ਬੇਅਦਬੀ ਦਾ ਇਲਜ਼ਾਮ ਲਗਾ ਕੇ ਕਿਸੇ ਗਰੀਬ ਦਾ ਕਤਲ ਕਰ ਦਵੋ? ਮੈਂ ਉਹਨਾਂ ਨੂੰ ਸਿੱਖ ਨਹੀਂ ਮੰਨਦਾ। ਮੇਰੀ ਨਜ਼ਰ ਦੇ ਵਿੱਚ ਉਹ ਪਗੜੀਧਾਰੀ ਆਤੰਕਵਾਦੀ ਨੇ, ਅੱਤਵਾਦੀ ਨੇ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕਿਉਂਕਿ ਅੱਤਵਾਦੀ ਦਾ ਕੋਈ ਦੀਨ ਧਰਮ ਇਮਾਨ ਉਹਦੀ ਜਾਤ ਨਹੀਂ ਹੁੰਦੀ, ਇਸੇ ਤਰ੍ਹਾਂ ਗਰੀਬ ਦਾ ਕੋਈ ਧਰਮ ਔਰ ਜਾਤ ਨਹੀਂ ਹੁੰਦੀ। ਲੇਕਿਨ ਪਤਾ ਚੱਲਿਆ ਆ, ਹੁਣੇ ਮੈਂ ਇੱਕ ਵੀਡੀਓ ਦੇਖਦਾ ਪਿਆ ਸਾਂ ਜਿਹਦੇ 'ਚ ਉਸ ਮਰਨ ਵਾਲੇ ਦਾ ਜਿਹਦਾ ਕਤਲ ਕਰ ਦਿੱਤਾ ਗਿਆ, ਉਹਦਾ ਪਰਿਵਾਰ ਸਾਹਮਣੇ ਆਇਆ ਆ। ਉਹਦੀਆਂ 3 ਬੇਟੀਆਂ ਨੇ, ਤਿੰਨੋਂ ਬੇਟੀਆਂ ਹੀ ਨੇ, ਔਰ ਉਹ ਵਿਚਾਰਾ ਪੱਠਾ ਲੱਤਾ ਇਧਰੋਂ ਉਧਰੋਂ ਲਿਆਉਂਦਾ ਸੀ ਤੇ ਉਹ ਆਪਣਾ ਪਰਿਵਾਰ ਪਾਲਦਾ ਸੀ। 100-150 ਰੁਪਇਆ ਉਹਦੀ ਦਿਹਾੜੀ ਬਣ ਜਾਂਦੀ ਸੀ। ਇਹਨਾਂ ਲੋਕਾਂ ਨੇ, ਧਨਾੜ ਲੋਕ ਹੀ ਆਪਣੇ ਖੇਤਾਂ 'ਚ ਕੰਮ ਕਰਾਉਣ ਵਾਸਤੇ ਇਦਾਂ ਦੇ ਗਰੀਬ ਲੋਕਾਂ ਨੂੰ ਨਸ਼ਿਆਂ ਤੇ ਵੀ ਲਾ ਦਿੰਦੇ ਆ। ਅਸੀਂ ਇਸ ਗੱਲ ਤੋਂ ਵੀ ਨਹੀਂ ਮੁਨਕਰ ਹੁੰਦੇ ਕਿ ਉਹ ਨਸ਼ਾ ਨਹੀਂ ਕਰਦਾ ਹੋਊਗਾ, ਉਹ ਨਸ਼ਾ ਵੀ ਕਰਦਾ ਹੋਊਗਾ। ਇਹ ਲੋਕ ਉਹਨੂੰ ਨਸ਼ੇ ਦਾ ਜਾਂ ਗਰੀਬ ਬੰਦੇ ਨੂੰ, ਤੇ ਜਦੋਂ ਸ਼ਾਮ ਨੂੰ ਕਿਤੇ ਰੋਟੀ ਮਿਲ ਜਾਵੇ, ਦੇਖੋ ਅੱਜ ਦੁਸ਼ਹਿਰਾ ਪਰਵ ਆ, ਦੁਸ਼ਹਿਰੇ ਦੇ ਉੱਤੇ, ਦੀਵਾਲੀ ਦੇ ਉੱਤੇ ਲੋਕ ਤਰ੍ਹਾਂ ਦੀਆਂ ਮਿਠਾਈਆਂ ਖਾਂਦੇ ਨੇ। ਲੇਕਿਨ ਗਰੀਬ ਦੇ ਘਰ ਦੇ ਵਿੱਚ ਜੇ ਕਿਤੇ ਰੱਜ ਕੇ ਰੋਟੀ ਮਿਲ ਜਾਵੇ ਤੇ ਉਹਦੇ ਲਈ ਉਹ ਦਿਨ ਹੀ ਦੀਵਾਲੀ ਵਾਲਾ ਹੁੰਦਾ ਆ ਜਿੱਦਣ ਉਹ ਰੱਜ ਕੇ ਰੋਟੀ ਖਾਂਦੇ ਆ। ਉਹਦਾ ਪਰਿਵਾਰ, ਉਹਦੀਆਂ ਬੇਟੀਆਂ ਇਹ ਗੱਲ ਕਹਿ ਰਹੇ ਨੇ ਕਿ ਬਿਲਕੁਲ ਵੀ ਉਹ ਇਸ ਤਰ੍ਹਾਂ ਦਾ ਨਹੀਂ ਸੀਗਾ, ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ। ਪਿੰਡ ਦੇ ਲੋਕ ਕਹਿ ਰਹੇ ਨੇ ਕੋਈ ਇਦਾਂ ਦਾ ਕੰਮ ਨਹੀਂ ਕਰ ਸਕਦਾ। ਮੈਂ ਸਮਝਦਾ ਹਾਂ ਕਿ ਸਾਜ਼ਿਸ਼ ਦੇ ਤਹਿਤ, ਜਿਸ ਤਰ੍ਹਾਂ ਇਸੇ ਦੇਸ਼ ਦੇ ਵਿੱਚ ਪੰਜਾਬ ਤੋਂ ਬਾਹਰ ਚਲੇ ਜਾਂਦੇ ਆ ਤੇ ਲੋਕਾਂ ਨੂੰ, ਮੁਸਲਮਾਨ ਭਰਾਵਾਂ ਨੂੰ ਕੁਝ ਟੈਰਰਿਸਟ ਵੱਲੋਂ, ਅੱਤਵਾਦੀਆਂ ਵੱਲੋਂ, ਔਰ ਉਹਨਾਂ ਨੂੰ ਨਾਅਰੇ ਲਾਉਣ ਦੇ ਲਈ ਮੌਬ ਲਿੰਚਿੰਗ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਇਹਨਾਂ ਪਗੜੀਧਾਰੀ ਅੱਤਵਾਦੀਆਂ ਨੇ ਇੱਕ ਗਰੀਬ ਦਾ ਕਤਲ ਕਰਕੇ ਸਿੱਖੀ ਨੂੰ ਔਰ ਸਿੱਖਾਂ ਨੂੰ ਸ਼ਰਮਸਾਰ ਕੀਤਾ ਆ, ਮਹਾਪੁਰਸ਼ਾਂ ਨੂੰ ਸ਼ਰਮਸਾਰ ਕੀਤਾ ਆ। ਕਿਉਂਕਿ ਮਹਾਪੁਰਸ਼ਾਂ ਦੀ ਸੋਚ ਇਹ ਨਹੀਂ ਸੀ। ਮਹਾਪੁਰਸ਼ ਕਹਿੰਦੇ ਨੇ ਕਿ ਜੇ ਕੋਈ ਮੂਰਖ ਹੈ ਤੇ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਆ। ਉਹ ਵਿਅਕਤੀ, ਇਹਨਾਂ ਨੂੰ ਕਿੱਦਾਂ ਪਤਾ ਹੈ ਕਿ ਉਹਨੇ ਬੇਅਦਬੀ ਕੀਤੀ ਆ? ਕਿਆ ਇਹਨਾਂ ਦੇ ਕੋਲ ਕੋਈ ਐਵੀਡੈਂਸ ਹੈ? ਕਿਆ ਕੋਈ ਵੀਡੀਓ ਹੈ ਕਿ ਉਹਨੇ ਕੋਈ ਬੇਅਦਬੀ ਕੀਤੀ ਆ? ਉਹ 3-4 ਦਿਨ ਤੋਂ ਲਗਾਤਾਰ ਇਹਨਾਂ ਦੇ ਨਾਲ ਰਹਿ ਰਿਹਾ ਹੈ। ਕਿੱਡੀ ਮੰਦਭਾਗੀ ਘਟਨਾ ਹੈ। ਆਪਣੇ ਨਾਲ ਹੀ ਰਹਿੰਦੇ ਹੋਏ ਵਿਅਕਤੀ ਨੂੰ, ਔਰ ਕਿਸਾਨ ਜਥੇਬੰਦੀਆਂ ਦੇ ਆਗੂ ਉਗਰਾਹਾਂ ਸਾਹਿਬ ਦਾ ਬਿਆਨ ਆਇਆ ਕਿ ਉਹ ਪੰਜਾਬ ਆਏ ਹੋਏ ਨੇ, ਉਹਨਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਨਹੀਂ ਆ। ਲੇਕਿਨ ਉਹਨਾਂ ਨੇ ਇਹ ਵੀ ਗੱਲ ਕਹੀ ਆ, ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਇਹਨਾਂ ਨਿਹੰਗਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਨਿਹੰਗ ਸਿੰਘ ਲਾਡਲੀਆਂ ਫੌਜਾਂ ਨੇ, ਉਹ ਲਾਡਲੀਆਂ ਜੇ ਫੌਜਾਂ ਨੇ, ਜੇ ਉਹ ਇਦਾਂ ਦੇ ਅਕ੍ਰਿਤ ਕੰਮ ਕਰਨਗੇ ਤੇ ਉਹ
मैं समझदा आ कि वह पगड़ीधारी अतवादी ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਪਗੜੀਧਾਰੀ ਅੱਤਵਾਦੀ ਨੇ। ਅਸਲੀ ਗੁਰੂ ਦਾ ਸਿੰਘ, ਅਸਲੀ ਨਿਹੰਗ ਸਿੰਘ ਇਸ ਤਰ੍ਹਾਂ ਦੇ ਕੰਮ, ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਇਹ ਲੋਕ ਸਿਰਫ ਫੰਡਿੰਗ ਦੇ ਚੱਕਰ 'ਚ, ਕਿਉਂਕਿ ਇਹ ਲੋਕ ਇਦਾਂ ਦੀ ਘਟਨਾ ਹੋ ਜਾਂਦੀ ਆ। ਪਿੱਛੇ ਜੇ ਪਟਿਆਲੇ ਦੇ ਵਿੱਚ ਇੱਕ ਪੁਲਿਸ ਵਾਲੇ ਦਾ ਗੁੱਟ ਵੱਢ ਦਿੱਤਾ ਸੀਗਾ। ਉਹ ਗੁੱਟ ਵੱਢ ਕੇ ਕੀ ਸੋਚਦੇ ਆ ਕਿ ਉਹ ਪੂਰੇ ਵਰਲਡ ਦੇ ਵਿੱਚ ਇੱਕ ਖਬਰ ਬਣ ਗਈ ਤੇ ਫੰਡਿੰਗ ਆ ਜਾਊਗੀ, ਫੇਮ ਮਿਲ ਜੂਗਾ। ਇਹਨਾਂ ਲੋਕਾਂ ਨੇ ਇਸੇ ਤਰ੍ਹਾਂ फंडिंग लैण के चक्कर च, सिर्फ अपनी शोहरत के चक्कर च, एक सोची समझी साजिश के तहत एक गरीब का कतल कर दिता। ओदियां 3 धीआं रोल के रख दित्तियां, 3 जवान धीआं ने। और गरीब बंदा जिहड़ा दिहाड़ी दप्पा करके अपना परिवार पालदा सीगा, और जिहड़ा इस तरह के गरीब लोग ने जिहड़े अपने महापुरुषों की सोच को समर्पित होके, गुरुआं नूं समर्पित होके जिन्होंने शहादतां दित्तियां, और वो अपने धार्मिक स्थानों के लिए अपनी जिंद जान वार जाते हैं, वो किस तरह एक गरीब बंदा जिहड़ा बेअदबी कर सकता है। मैं ये नहीं कहता कि जे उन्हें बेअदबी की है उसनूं कानून सजा देवे, उन्होंने कानून सजा देवे, लेकिन वो तां जे इन्हां दे कोल कोई सबूत आ कि उन्हें बेअदबी की है। लेकिन साथियों, अगर इन्हां दे कोल कोई सबूत नहीं है कि उन्हें बेअदबी की है, जे इन्होंने गुरु साहब रखे हुए आ, मैं समझदा कि गली गली दे विच, पिंड पिंड दे विच इन्ने ज़्यादा गुरु घर बन गए ने। और गुरु घर घट ने ते बिजनेस सेंटर ज़्यादा ने। मैं इत्थे देशा विदेशा दे लोकां नूं कहना चाहुंदा आ, सारे धर्म ईमान दे लोकां नूं, मजहबां नूं मैं कहना चाहुंदा आ, चाहे वो हिंदू ने चाहे मुसलमान ने, कि भाई तुसी जिहड़े छोटे छोटे गुरुद्वारे जिवें पिंडां 'च बना के इन्हां ने बिजनेस सेंटर बनाए आ ते कमाईयां करदे आ, ते प्रधान जिहड़े आ ओह गोलकां दे उत्ते ऐशा करदे आ। इन्हां छोटे गुरु घरां दे विच मैं असीं श्रोमणी गुरुद्वारा प्रबंधक कमेटी नूं इह बेनती करदे आ कि इस तरह दे ਜਿਹੜੇ छोटे छोटे गुरु घर ने वो नहीं होने चाहिए। जे असीं गुरु ग्रंथ साहब जी की बेअदबी रोकनी है, ये छोटे छोटे गुरु घरां दे नां दे उत्ते जिहड़े बिजनेस सेंटर बनाए आ ते गोलकां दी माया खाण वाले वड्डे वड्डे ढिड्डां वाले प्रधान जिहड़े गोलकां दे सिर तो अपने परिवार चला रहे आ और गुरु घर दा खा रहे आ, ते इन्हां दा फर्ज बनदा आ धर्म दे ठेकेदारां दा कि तुसीं टास्क फोर्स बनाओ। जे तुसीं गुरु साहब नूं सुशोभित कीता आ, उन्हां दी बेअदबी तुहाडी कमी दी वजह करके किते ना किते तुसीं जिम्मेवार हो, जिहदे करके गुरु ग्रंथ साहब जी दी बेअदबी हुंदी आ। सो दोस्तों, ये एक सोची समझी साजिश के तहत, क्योंकि यही एक मामला इदां दा आ जो पूरी दुनिया च हाईलाइट हो सकता है, तो ये नाल बंदा एक रातों रात हीरो बन सकता है। जिस बंदे ने इस घटना नूं अंजाम दिता आ, मैं समझदा आ कि उन्हें गुरु नानक दी सिੱਖੀ नूं शर्मसार कीता आ, एक गरीब दा कतल करके। क्योंकि मैनूं ये लगदा जिहड़ा बंदा, क्योंकि उहदे परिवार दा बयान आ रहा आ और पूरे किसान जथेबंदियां दे आगूआं दे बयान आ रहे हैं भी वो 2-3 दिन तो लगातार इन्हां दे नाल रह रहा सी। जदों इन्हां दे नाल रह रहा सी ते क्या उदों इन्हां नूं पहचान नहीं हुई भी ये बंदा की कौन है, की आ, और इन्हां नूं की सबूत है इन्हां दे कोल कि उन्हें बेअदबी कीती है। साथियों, असीं गुरु ग्रंथ साहब जी का सत्कार करते हैं, उहदे वास्ते असीं भी अपना खून तक बहा सकते हैं, असीं जान दे सकते हैं गुरु ग्रंथ साहब जी वास्ते। गुरु ग्रंथ साहब जी सारे धर्मां दे लई सत्कारयोग हन, लेकिन इन्हां दे कोल की सबूत है कि उस गरीब ने गुरु ग्रंथ साहब जी की बेअदबी की, राइट। और अगर कोई सबूत है तो पेश करन, जे पेश नहीं करते इहदा मतलब आ इन्हां ने बाहरों फंडिंग मंगवाउण दे लई और हीरो रातों रात बनन दे लई इह घटना नूं अंजाम दिता आ। साथियों, मैं सारे धर्मां दे लोकां नूं कहना चाहुंदा आ कि अज कल वो सिੱਖੀ जिहदे ते असीं माण करदे आ, मैं भी एक सिੱਖ हाँ, लेकिन अज एक गरीब का जदों कतल कर दिता गया आ और उन्होंने एक साजिश के तहत वो इन्हां दे नाल रह रहा सी और इन्हां ने इस घटना नूं अंजाम दवाउणा सीगा ते उहनूं कशहरा जानबुझ के पवाया गया ताकि उत्ते इल्जाम लाए जा सकन। साथियों, इस तरह के हुशियार लोग जिहड़े ने, इस तरह के अतवादी सोच वाले जिहड़े लोग ने, वो हुण धर्म नूं ढाल बना के, गुरु ग्रंथ साहब जी नूं ढाल बना के, धर्म नूं ढाल बना के वो गरीब लोगों के कतल कर रहे ने। यही कतल इसे तरह पंजाब तो बाहर हो रहे ने और वो जिहड़े कतल कर रहे ने धर्म की आड़ दे विच, वो लोग भी सही नहीं हैं। ते ये जो सिੱਖੀ जिहदे ते पूरी दुनिया नूं माण है, गुरु नानक की सिੱਖੀ दे उत्ते, जिथों लोगों नूं लगदा है भी इत्थों असीं भुखे नहीं रह सकते, भुखे नहीं जा सकते, इस दर तो जिहड़ी सिੱਖੀ ऑक्सीजन दे लंगर लाउंदी है,
ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਭੁੱਖਿਆਂ ਨੂੰ ਲੰਗਰ ਛਕਾਉਂਦੀ ਹੈ ਔਰ ਬਿਮਾਰਾਂ ਦਾ ਇਲਾਜ ਕਰਦੀ ਹੈ, ਉਹ ਸਿੱਖੀ ਕਦੀ ਕਿਸੇ ਦਾ ਕਤਲ ਨਹੀਂ ਕਰ ਸਕਦੀ। ਉਹ ਸਿੱਖੀ ਕਿਸੇ ਦਾ ਕਤਲ ਨਹੀਂ ਕਰ ਸਕਦੀ ਤੇ ਸਿੱਖੀ ਇਸ ਗਰੀਬ ਵਿਅਕਤੀ ਦਾ ਕਤਲ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਸੋ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੋਸਤੋ, ਪਿੱਛੇ ਜੇ ਗੁਰਦਾਸਪੁਰ ਦੇ ਵਿੱਚ ਇੱਕ ਘਟਨਾ ਘਟੀ ਸੀ। ਇੱਕ ਸਾਡਾ ਹਿੰਦੂ ਭਰਾ ਸੰਦੀਪ ਠਾਕੁਰ ਕਰਕੇ ਉਹਨਾਂ ਦਾ ਨਾਮ ਸੀ, ਜੋ 3 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਜਾ ਰਿਹਾ ਸੀ, ਛੁੱਟੀ ਆਇਆ ਸੀ। ਉਹ ਵਿਅਕਤੀ ਗੁਰੂ ਘਰ ਦੇ ਵਿੱਚ ਪਾਣੀ ਪੀਣ ਗਿਆ ਜਾਂ ਲੰਗਰ ਛਕਣ ਗਿਆ ਤੇ ਉੱਥੇ ਧਰਮ ਦੇ ਠੇਕੇਦਾਰਾਂ ਨੇ, ਘੜਮ ਚੌਧਰੀਆਂ ਨੇ ਉਹਦਾ ਕਤਲ ਕਰਕੇ ਬਾਅਦ ਦੇ ਵਿੱਚ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ ਲਾਤਾ। ਸਾਥੀਓ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਸੀ, ਉਹ ਲੋਕ ਅੱਜ ਤੱਕ ਨਹੀਂ ਇਹਨਾਂ ਕੋਲੋਂ ਫੜੇ ਗਏ। ਜਿਹੜੇ ਅਸਲ ਗੁਨੇਗਾਰ ਨੇ ਉਹ ਨਹੀਂ ਫੜੇ ਗਏ। ਲੇਕਿਨ ਲਖਵੀਰ ਸਿੰਘ ਜਿਹਦਾ ਕਤਲ ਹੋਇਆ, ਲਖਵਿੰਦਰ ਸਿੰਘ ਜਾਂ ਲਖਵੀਰ ਸਿੰਘ, ਮੈਨੂੰ ਨਹੀਂ ਉਹਦਾ ਪੂਰਾ ਨਾਮ ਨਹੀਂ ਪਤਾ, ਜਾਂ ਸੰਦੀਪ ਠਾਕੁਰ ਸਾਡਾ ਹਿੰਦੂ ਭਰਾ ਜਿਹਨੂੰ ਗੁਰਦਾਸਪੁਰ ਦੇ ਗੁਰਦੁਆਰੇ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ, ਉਹ ਬੇਦੋਸ਼ੇ ਨੂੰ ਵੀ ਕਤਲ ਕੀਤਾ ਸੀ ਤੇ ਜਾਂਚ ਦੇ ਵਿੱਚ ਪਾਇਆ ਗਿਆ ਕਿ ਉਹਦੇ ਤੇ ਬਾਅਦ ਚ ਸਿਰ ਉਹਦਾ ਕਤਲ ਕਰਨ ਤੋਂ ਬਾਅਦ ਜਦੋਂ ਇਹਨਾਂ ਕੋਲੋਂ ਮਰ ਗਿਆ, ਬਾਅਦ ਚ ਇਹਨਾਂ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਉਹਦੇ ਤੇ ਬੇਅਦਬੀ ਦਾ ਇਲਜ਼ਾਮ ਲਾਤਾ। ਇਸੇ ਤਰ੍ਹਾਂ ਸਾਥੀਓ, ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਨਸ਼ਾ ਰੋਕਣ ਵਾਲਾ ਬਾਬਾ ਨਰਿੰਦਰ ਸਿੰਘ ਮਾਨ ਬਟਾਲੇ ਵਾਲਾ, ਉਹ ਇੱਕ ਕਿਸੇ ਪਗੜੀਧਾਰੀ ਅੱਤਵਾਦੀ ਨੂੰ ਕਹਿ ਰਿਹਾ ਹੈ ਕਿ ਤੂੰ ਭੰਗ ਆਪ ਪੀ ਸਕਦਾ ਹੈ ਨਿਹੰਗ ਸਿੰਘ ਹੋ ਕੇ, ਲੇਕਿਨ ਤੂੰ ਵੇਚ ਨਹੀਂ ਸਕਦਾ। ਤੇ ਉਸ ਵਿਅਕਤੀ ਨੇ, ਜੋ ਸ਼ਾਇਦ ਕਿਸੇ ਸਰਕਾਰ ਦਾ, ਅਕਾਲੀਆਂ ਦਾ ਪਿੱਠੂ ਹੋਏਗਾ ਜਾਂ ਮਜੀਠੀਏ ਦਾ ਕੋਈ ਚੇਲਾ ਹੋਏਗਾ, ਜਿਹੜਾ ਮਜੀਠੀਏ ਨੇ 6ਵਾਂ ਦਰਿਆ ਨਸ਼ੇ ਦਾ ਵਹਾਇਆ ਪੰਜਾਬ 'ਚ, ਉਹ ਉਸੇ ਰਾਹ ਤੇ ਚੱਲ ਕੇ ਤੇ ਭੰਗ ਵੇਚਣ ਦਾ ਆਪਣਾ ਧੰਦਾ ਚਲਾ ਕੇ ਅਮੀਰ ਬਣਨਾ ਚਾਹੁੰਦਾ ਹੋਊਗਾ, ਇਹਨਾਂ ਬਾਦਲਾਂ ਵਾਂਗੂ ਜਾਂ ਮਜੀਠੀਏ ਵਾਂਗੂ। ਉਸ ਵਿਅਕਤੀ ਦੀ ਆਡੀਓ ਵਾਇਰਲ ਹੋਈ ਹੈ ਤੇ ਉਸ ਬਾਬਾ ਨਰਿੰਦਰ ਸਿੰਘ ਮਾਨ ਨੇ ਜਦੋਂ ਉਹਦੀ ਖਬਰ ਲਵਾ ਦਿੱਤੀ ਤੇ ਉਸ ਨੂੰ ਮਿਰਚਾਂ ਲੱਗੀਆਂ ਤੇ ਉਹਨੇ ਬਾਬਾ ਨਰਿੰਦਰ ਸਿੰਘ ਮਾਨ ਨੂੰ ਧਮਕੀਆਂ ਦਿੱਤੀਆਂ, ਜੋ ਕਿ ਇੱਕ ਆਡੀਓ ਬਹੁਤ ਵਾਇਰਲ ਹੋਈ ਸੀ। ਉਹਦੇ ਵਿੱਚ ਉਸਨੇ ਬਾਬਾ ਨਰਿੰਦਰ ਸਿੰਘ ਮਾਨ ਦਾ ਕਤਲ ਕਰਵਾ ਦਿੱਤਾ। ਕਿਆ ਜਿਹੜੇ ਲੋਕ ਭੰਗ ਵੇਚਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੇ ਕਤਲ ਕਰਵਾਉਂਦੇ ਆ, ਕਿਆ ਉਹ ਗੁਰਸਿੱਖ ਹੋ ਸਕਦੇ ਆ? ਨਹੀਂ। ਇਦਾਂ ਦੇ ਲੋਕਾਂ ਨੇ ਕਦੀ ਗਰੀਬਾਂ ਦੀਆਂ ਧੀਆਂ ਦੇ ਰੇਪ ਹੋਏ ਹੋਣ, ਗਰੀਬਾਂ ਦੇ ਕਤਲ ਹੋਏ ਹੋਣ, ਗਰੀਬਾਂ ਦੀਆਂ ਜ਼ਮੀਨਾਂ ਤੋਂ ਨਾੜੇ ਦੇ ਦੱਬੀਆਂ ਹੋਣ, ਇਹਨਾਂ ਨੇ ਕਦੀ ਹਾਂ ਦਾ ਨਾਰਾ ਨਹੀਂ ਮਾਰਿਆ। ਧਨਾੜ ਚੌਧਰੀਆਂ ਦੀਆਂ ਜ਼ਮੀਨਾਂ ਦੇ ਕਬਜ਼ੇ ਤੇ ਇਹਨਾਂ ਨੇ ਕਈ ਦਵਾਏ ਹੋਣੇ ਆ, ਪਰ ਇਹਨਾਂ ਨੇ ਕਦੀ ਗਰੀਬ ਦੇ ਹੱਕ ਦੇ ਵਿੱਚ ਕਦੀ ਹਾਂ ਦਾ ਨਾਰੇ ਨਹੀਂ ਮਾਰਿਆ। ਜੇ ਮਾਰਿਆ ਕਦੀ ਤੇ ਤੁਸੀਂ ਦੱਸੋ ਵੀ ਇਹਨਾਂ ਨੇ ਕਦੀ ਗਰੀਬਾਂ ਦੇ ਹੱਕ ਦੇ ਵਿੱਚ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ। ਸੋ ਸਾਥੀਓ, ਮੈਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਇਹਨਾਂ ਪਗੜੀਧਾਰੀ ਅੱਤਵਾਦੀਆਂ ਦੀ ਕੜੇ ਸ਼ਬਦਾਂ 'ਚ, ਸਖਤ ਸ਼ਬਦਾਂ 'ਚ ਨਿਖੇਧੀ ਕਰਦਾ, ਜਿਨ੍ਹਾਂ ਨੇ ਗਰੀਬ ਲਖਵਿੰਦਰ ਸਿੰਘ ਦਾ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ ਲਾ ਕੇ ਉਹਦਾ ਕਤਲ ਕਰ ਦਿੱਤਾ, ਹੱਥ ਵੜ ਦਿੱਤਾ, ਬੇਰਹਿਮੀ ਦੇ ਨਾਲ ਉਹਦੀ ਲੱਤ ਵੜ ਦਿੱਤੀ। ਫਿਰ ਉਹਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਹਨੇ ਪਾਣੀ ਵੀ ਮੰਗਿਆ ਹੋਏਗਾ ਔਰ ਦਰਦਨਾਕ ਕਰਲਾਇਆ ਵੀ ਹੋਏਗਾ। ਲੇਕਿਨ ਇਹਨਾਂ ਜ਼ਾਲਮਾਂ ਨੇ ਕਿਆ ਕਦੀ ਕੋਈ ਸਿੱਖ ਇਹਨਾਂ ਜ਼ਾਲਮ ਹੀ ਹੋ ਸਕਦਾ, ਜਿਹੜੇ ਆਕਸੀਜਨ ਦੇ ਲੰਗਰ ਲਾਉਂਦੇ ਸੀਗੇ ਕਰੋਨਾ ਟਾਈਮ ਦੇ ਵਿੱਚ ਔਰ ਭੱਜ ਕੇ ਮਨੁੱਖਤਾ ਦੀ ਸੇਵਾ ਕਰਦੇ ਸੀ। ਕਿਆ ਇਹਨਾਂ ਦੀ ਸੋਚ, ਤੁਸੀਂ ਸੋਚ ਕੇ ਦੇਖੋ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲੜਾਈ ਲੜ ਰਹੇ ਸਨ ਤੇ ਭਾਈ ਕਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਇਹਨਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਉਣਾ ਹੈ। ਤੇ ਗੁਰੂ ਸਾਹਿਬ ਨੇ ਕਿਹਾ, ਭਾਈ ਕਨਈਆ ਜੀ ਨੇ ਕਿਹਾ ਸੀ ਕਿ ਮਹਾਰਾਜ ਮੈਨੂੰ ਤੇ ਇਹਨਾਂ 'ਚ ਕੋਈ ਦੁਸ਼ਮਣ ਨਹੀਂ ਨਜ਼ਰ ਆਉਂਦਾ, ਮੈਨੂੰ ਸਭ 'ਚੋਂ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ। ਸੋ ਕਿਆ ਇਹਨਾਂ ਦੀ, ਜੇ ਸਾਡੇ ਗੁਰੂਆਂ ਦੀ, ਭਾਈ ਕਨਈਆ ਜੀ ਦੀ ਸੋਚ ਇੰਨੀ ਖੂਬਸੂਰਤ ਹੈ, ਕਿਆ ਇਹਨਾਂ ਪਗੜੀਧਾਰੀ ਅੱਤਵਾਦੀਆਂ ਦੀ ਨਹੀਂ ਹੋ ਸਕਦੀ? ਇਹ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਇਹਨਾਂ ਵਿਕੇ ਹੋਏ ਲੋਕਾਂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਵਾਸਤੇ ਇਹ ਘਟਨਾ ਨੂੰ ਅੰਜਾਮ ਦਿੱਤਾ ਆ ਔਰ ਕਿਸਾਨ ਆਗੂਆਂ ਨੇ ਵੀ ਪੱਲਾ ਝਾੜਿਆ ਆ ਵੀ ਇਹਨਾਂ ਦੇ ਨਾਲ ਕੋਈ ਸਬੰਧ ਨਹੀਂ ਆ। ਇਸ ਤਰ੍ਹਾਂ ਦੇ ਲੋਕਾਂ ਨੇ ਪਹਿਲਾਂ ਵੀ ਲੋਕਾਂ ਦੇ ਹੱਥ ਵੱਡੇ ਆ ਤੇ ਕਿਸਾਨੀ ਆਗੂ ਉਗਰਾਹਾਂ ਨੇ ਇੱਕ ਨਿੱਜੀ ਚੈਨਲ ਨੂੰ ਇਹ ਬਿਆਨ ਦਿੱਤਾ ਆ ਕਿ ਇਹਨਾਂ ਨੇ ਪਹਿਲਾਂ ਵੀ ਲੋਕਾਂ ਦੇ ਹੱਥ ਪੈਰ ਵੱਡੇ ਆ, ਲੇਕਿਨ ਉਹ ਕਦੀ ਖਬਰਾਂ ਨਹੀਂ ਬਣ ਸਕੀਆਂ ਕਿਉਂਕਿ ਉੱਥੇ ਨੈਟ ਬੰਦ ਆ ਤੇ ਇੱਧਰ ਨੂੰ ਖਬਰਾਂ ਆਉਂਦੀਆਂ ਨਹੀਂ ਆ। ਉਗਰਾਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਹਨਾਂ ਦੇ ਕਈ ਫੈਸਲੇ ਕਰਵਾ ਚੁੱਕੇ ਹਾਂ। ਸੋ ਇਦਾਂ ਦੇ ਅੱਤਵਾਦੀ ਜਿਹੜੇ ਕਿਸਾਨੀ ਸੰਘਰਸ਼ ਨੂੰ ਢਾਹ ਲਾ ਰਹੇ ਆ, ਬਾਹਰੋਂ ਫੰਡਿੰਗ ਮੰਗਾਉਣ ਦੇ ਚੱਕਰ 'ਚ, ਹੀਰੋ ਬਣਨ ਦੇ ਚੱਕਰ 'ਚ, ਇਹਨਾਂ ਨੇ ਆਪਣੇ ਨਾਲ ਰਹਿੰਦੇ ਹੋਏ ਇੱਕ ਗਰੀਬ ਮਜ਼੍ਹਬੀ ਸਿੱਖ, ਮੈਂ ਉਹਨੂੰ ਜਾਤਾਂ ਨਾਲ ਨਹੀਂ ਜੋੜਨਾ ਚਾਹੁੰਦਾ ਪਰ ਮੈਂ ਦੱਸਣਾ ਮੇਰਾ ਫਰਜ਼ ਬਣਦਾ ਹੈ, ਚੀਮਾ ਕਲਾਂ ਦਾ ਇੱਕ ਗਰੀਬ ਉਹ ਵਿਅਕਤੀ, ਉਹਦੀ ਕੋਈ ਵੀ ਜਾਤ, ਗਰੀਬ ਦਾ ਕੋਈ ਧਰਮ ਜਾਂ ਕੋਈ ਜਾਤ ਨਹੀਂ ਹੁੰਦੀ, ਇਹਨਾਂ ਨੇ ਆਪਣੇ ਨਾਲ 3-4 ਦਿਨ ਰਹਿ ਰਹੇ ਉਸ ਗਰੀਬ ਦਾ ਬੇਅਦਬੀ ਦਾ ਇਲਜ਼ਾਮ ਲਾ ਕੇ ਕਤਲ ਕਰ ਦਿੱਤਾ। ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਸਿੱਖੀ ਸ਼ਰਮਸਾਰ ਹੋਈ ਹੈ। 35 ਮਹਾਪੁਰਸ਼ਾਂ ਦੀ ਬਾਣੀ ਉਹ ਵੀ ਕਿਤੇ ਨਾ ਕਿਤੇ ਸ਼ਰਮਸਾਰ ਹੋਈ ਹੈ, ਜਿਨ੍ਹਾਂ ਨੇ ਗਰੀਬਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਗਰੀਬਾਂ ਲਈ ਬੰਦ ਕਟਵਾਏ ਔਰ
ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਨ ਦੇ ਚੱਕਰ 'ਚ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੇ 4 ਪੁੱਤ ਵਾਰੇ ਤੇ ਉਹਨਾਂ ਨੇ ਬਾਟਾ ਵੱਖਰਾ ਨਹੀਂ ਕੀਤਾ। ਇਹ ਉਹੀ ਕੜਮ ਚੌਧਰੀ ਨੇ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਬਾਟੇ ਵੀ ਵੱਖੋ ਵੱਖਰੇ ਕਰਕੇ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਦੇ ਆ, ਉਹਨਾਂ ਦੇ ਨਾਲ ਵਿਤਕਰਾ ਕਰਦੇ ਆ। ਅਸੀਂ ਸਤਕਾਰ ਕਮੇਟੀ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਆਪ ਜੀ ਇੱਕ ਤਖਤ ਦੇ ਗੁਰੂ ਸਾਹਿਬ ਜੀ ਦੇ ਸੇਵਾਦਾਰੋ, ਬੇਨਤੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣੀ ਆ ਤੇ ਗਲੀ ਗਲੀ ਮੁਹੱਲਿਆਂ ਦੇ ਵਿੱਚ ਸਕੂਲ ਹੋਣੇ ਚਾਹੀਦੇ ਆ। ਪਰ ਆ ਜਿਹੜੇ ਗੁਰੂ ਘਰ ਬਣਾ ਕੇ ਲੋਕਾਂ ਨੇ ਬਿਜ਼ਨਸ ਸੈਂਟਰ ਬਣਾ ਕੇ ਗੋਲਕਾਂ ਦਾ ਪੈਸਾ ਖਾ ਰਹੇ ਆ, ਇਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ। ਗੁਰੂ ਘਰ ਜਿਹੜੇ ਵੱਡੇ ਤਖਤ ਨੇ ਉਹ ਹੋਣੇ ਚਾਹੀਦੇ ਆ, ਜਾਂ ਇੱਕ ਪਿੰਡ 'ਚ ਸਿਰਫ ਇੱਕੋ ਗੁਰਦੁਆਰਾ ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ ਆ। ਔਰ ਉਹਦੀ ਕਮੇਟੀ ਦੇ ਵਿੱਚ ਹਰ ਵਰਗ ਦੇ ਹਰ ਜਾਤ ਦੇ ਲੋਕ, ਵੈਸੇ ਸਿੱਖ ਦੀ ਕੋਈ ਜਾਤ ਨਹੀਂ ਪਰ ਫਿਰ ਵੀ ਜਿਹੜਾ ਸਿਸਟਮ ਬਣਿਆ ਉਹਦੇ ਅਕੋਰਡਿੰਗ 11 ਮੈਂਬਰੀ ਕਮੇਟੀ ਆ ਤੇ ਹਰ ਵਰਗ ਦਾ ਵਿਅਕਤੀ ਉਸ ਕਮੇਟੀ ਦੇ ਵਿੱਚ ਹੋਣਾ ਚਾਹੀਦਾ ਆ। ਸੋ ਬੇਨਤੀਆਂ ਨੇ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣੀ ਆ ਤੇ ਸਾਨੂੰ ਚੁਕੰਨੇ ਹੋਣਾ ਪਏਗਾ। ਤੇ ਜਿਹੜੇ ਧੜਾ ਧੜ ਗਲੀਆਂ ਦੇ ਵਿੱਚ ਬਿਜ਼ਨਸ ਸੈਂਟਰ ਦੀ ਚਲਾਉਣ ਦੀ ਖਾਤਰ, ਗੋਲਕਾ ਖਾਣ ਦੀ ਖਾਤਰ ਜਿਹੜੇ ਲੋਕ ਗੁਰੂ ਘਰ ਧੜਾ ਧੜ ਬਣਾ ਰਹੇ ਆ, ਇਹਨਾਂ ਦੇ ਉੱਤੇ ਲਗਾਮ ਲਾਈ ਜਾਵੇ ਤੇ ਤਾਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕੇਗੀ। ਸੋ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਬੇਨਤੀ ਕਰਦਾ, ਮੁਸਲਮਾਨ ਭਰਾਵਾਂ ਨੂੰ, SCBC ਨੂੰ, ਜੈਨੀਆਂ ਨੂੰ, ਬੋਧੀਆਂ ਨੂੰ ਕਿ ਵੀਰੋ ਆਪਣਾ ਬਚਾਵ ਆਪ ਕਰਨਾ ਆ। ਕਿਉਂਕਿ ਅੱਜ ਕੱਲ ਸਿੱਖੀ ਜਿਹੜੀ ਮਨੁੱਖਤਾ ਦੀ ਬਿਹਤਰੀ ਲਈ ਜਿਹੜੇ ਮਹਾਪੁਰਸ਼ਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਪਰ ਅੱਜ ਕੱਲ ਧਰਮ ਦੇ ਠੇਕੇਦਾਰਾਂ ਨੇ ਬੇਅਦਬੀਆਂ ਦੇ ਇਲਜ਼ਾਮ ਲਾ ਕੇ ਲੋਕਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਬੇਨਤੀ ਇਹੀ ਹੈ, ਆਪਣਾ ਬਚਾਵ ਆਪ ਕਰੋ। ਗੁਰੂ ਘਰ 'ਚ ਜੇ ਜਾਣਾ ਆ ਤੇ ਵੱਡੇ ਤਖਤ ਜਿਹੜੇ ਨੇ, ਵੱਡੇ ਗੁਰੂ ਘਰ ਨੇ, ਉੱਥੇ ਜਾਓ। ਉੱਥੇ ਨਾ ਤੇ ਕੋਈ ਵਿਤਕਰਾ ਹੁੰਦਾ ਆ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਘਟਨਾ ਘਟ ਸਕਦੀ ਆ, ਕਿਉਂਕਿ ਉੱਥੇ ਬਹੁਤ ਸਾਰੇ ਟਾਸਕ ਫੋਰਸਾਂ ਵੀ ਬਣੀਆਂ ਹੁੰਦੀਆਂ, CCTV ਕੈਮਰੇ ਵੀ ਲੱਗੇ ਹੁੰਦੇ। ਬਾਈ ਆਪਣਾ ਬਚਾਵ ਆਪ ਕਰ ਲਈਏ। ਅੱਜ ਤੋਂ ਮੈਨੂੰ ਲੱਗਦਾ ਹੈ ਕਿ ਮੈਂ ਵੀ, ਕਿਉਂਕਿ ਮੈਂ ਸੱਚ ਬੋਲਦਾ ਆ, ਸੋਸ਼ਲ ਮੀਡੀਆ ਤੇ ਬੋਲਦਾ ਆ, ਅਕਸਰ ਆਪ ਜੀ ਬਹੁਤ ਪਿਆਰ ਦਿੰਦੇ ਹੋ ਤੇ ਵੀਡੀਓਜ਼ ਨੂੰ ਵਾਇਰਲ ਕਰਦੇ ਹੋ। ਮੈਨੂੰ ਇਸ ਗੱਲ ਦਾ ਡਰ ਪੈ ਗਿਆ ਕਿ ਕਿਤੇ ਮੈਂ ਕਿਸੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਿਆ ਤੇ ਕਿਤੇ ਮੇਰੇ ਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਕਿਤੇ ਕੱਲ ਨੂੰ ਮੇਰਾ ਹੀ ਨਾ ਕਤਲ ਕਰ ਦੇਣ, ਕਿਉਂਕਿ ਮੇਰੇ ਤੇ 22 ਪਰਚੇ ਦਰਜ ਕਰਵਾਏ ਗਏ ਨੇ ਸਾਥੀਓ। 9 ਹਮਲੇ ਮੈਨੂੰ ਮਰਵਾਉਣ ਵਾਸਤੇ ਕਰਵਾਏ ਗਏ ਨੇ। ਮੈਂ ਸੱਚ ਦੀ ਗੱਲ ਕਰਦਾ ਆ, ਗਰੀਬਾਂ ਦੀ, ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦਾ ਆ। ਸੋਚ ਕੇ ਦੇਖੋ ਕਿ 22 ਪਰਚੇ, ਪਰ ਜੇ ਮੈਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਤੇ ਭਰੋਸਾ ਆ, ਜੇ ਮੈਂ ਸੱਚਾ ਆ ਤੇ ਇੱਕ ਵੀ ਪਰਚੇ ਦੇ ਵਿੱਚ ਮੇਰਾ ਨਾਮ ਨਹੀਂ ਆ, ਸਾਰੇ ਪਰਚੇ ਮੈਂ ਕੈਂਸਲ ਕਰਵਾਏ। ਉਹ ਇਸ ਕਰਕੇ ਨਹੀਂ, ਮੈਂ ਕੋਈ ਪੈਸਾ ਟੇਲਾ ਮੈਂ ਕੋਈ ਪੈਸਾ ਟੇਲਾ ਦੇ ਕੇ ਨਹੀਂ, ਉਹ ਪਰਚੇ ਧਨਾੜ ਲੋਕਾਂ ਨੇ ਮੇਰੇ ਤੇ ਕਰਾਏ ਸੀ ਮੇਰੀ ਆਵਾਜ਼ ਦੱਬਣ ਵਾਸਤੇ। ਅਗਰ ਮੈਂ ਸੱਚਾ ਸੀ ਤੇ ਇੱਕ ਵੀ ਪਰਚਾ ਮੇਰੇ ਨਾਮ ਤੇ ਨਹੀਂ ਹੈ, ਜਦਕਿ 22 ਪਰਚੇ ਮੇਰੇ ਨਾਮ ਦੇ ਉੱਤੇ ਮੇਰੀ ਆਵਾਜ਼ ਦਬਾਉਣ ਵਾਸਤੇ ਘੜਮ ਚੌਧਰੀਆਂ ਵੱਲੋਂ ਕਰਵਾਏ ਗਏ ਸੀਗੇ। ਆ ਸਾਹਮਣੇ ਬੈਠਾ, ਸ਼ਰੇਆਮ ਬੈਠਾ ਹੈ ਤੁਹਾਡੇ ਸਾਹਮਣੇ। ਇਹ ਤੁਹਾਡੇ ਸਾਥ ਦੀ ਬਦੌਲਤ ਸੱਚ ਦੇ ਉੱਤੇ ਚੱਲਦਾ ਆ ਤੇ ਕਹਿੰਦੇ ਆ, ਗੁਰਬਾਣੀ ਕਹਿੰਦੀ ਆ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। 9 ਹਮਲੇ ਮੈਨੂੰ ਮਰਵਾਉਣ ਵਾਸਤੇ ਕਰਵਾਏ ਗਏ ਆ। ਆ ਬੈਠਾ ਆ ਤੁਹਾਡੇ ਸਾਹਮਣੇ। ਜਿਨ੍ਹਾਂ ਲੋਕਾਂ ਨੇ ਹਮਲੇ ਕਰਵਾਏ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਜਿਨ੍ਹਾਂ ਨੇ ਮੇਰੇ ਤੇ ਪਰਚੇ ਕਰਵਾਏ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ, 22 ਪਰਚੇ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕਦੇ। 9 ਹਮਲੇ ਮੇਰੇ ਤੇ ਤੁਸੀਂ ਮੈਨੂੰ ਮਰਵਾਉਣ ਲਈ ਕੀਤੇ ਆ। ਮੈਨੂੰ ਤੁਸੀਂ ਅਕਾਲ ਪੁਰਖ ਨਾ ਮਾਰੇ, ਬੰਦੇ ਦੇ ਹੱਥੋਂ ਨਹੀਂ ਮੈਂ ਮਰਦਾ। ਹਾਂ, ਜਿੱਦਣ ਮਰਨਾ ਉਦੋਂ ਇੱਕੋ ਵਾਰੀ ਮਰਨਾ। ਪਤਾ ਨਹੀਂ ਕਿਹਦੇ ਹੱਥੋਂ ਲਿਖਿਆ ਮਰਨਾ, ਕੋਈ ਗੱਲ ਨਹੀਂ, ਮਰਨ ਤੋਂ ਨਹੀਂ ਅਸੀਂ ਡਰਦੇ। 22 ਪਰਚਿਆਂ ਦੀ ਬਜਾਏ ਤੁਸੀਂ ਮੇਰੇ ਤੇ 2200 ਪਰਚੇ ਕਰਵਾਓ। ਮੈਂ ਇਦਾਂ ਹੀ ਬੋਲਦਾ ਰਹੂੰਗਾ, ਮੈਂ ਕਦੀ ਪਿੱਛੇ ਨਹੀਂ ਹਟੂੰਗਾ। ਗਰੀਬਾਂ ਦੇ ਹੱਕ 'ਚ, ਮਜ਼ਦੂਰਾਂ ਦੇ ਹੱਕ 'ਚ ਮੈਂ ਬੋਲਦਾ ਰਹੂੰਗਾ, ਸੱਚ ਦੇ ਰਾਹ ਤੇ ਚੱਲਦਾ ਰਹੂੰਗਾ। ਯਾਰ, ਗਰੀਬਾਂ ਦਾ ਬਾਪੂ ਨਾਨਕ ਸੀ ਤੇ ਬਾਪੂ ਨਾਨਕ ਦੀ ਸੋਚ ਤੇ ਪਹਿਰਾ ਦੇਵਾਂਗੇ। ਸੋ ਸਾਥੀਓ, ਆਪਣਾ ਬਚਾਵ ਆਪ ਕਰੋ। ਮੈਨੂੰ ਕਿਸੇ ਗੁਰੂ ਘਰ, ਮੈਂ ਇੱਕ ਸਿੱਖ ਹਾਂ ਗੁਰੂ ਦਾ। ਮੇਰੇ ਕੋਲ ਗੁਰਬਾਣੀ ਸਰਚਰ ਦੇ ਵਿੱਚ ਗੁਰਬਾਣੀ ਹੈ, ਮੈਂ ਇੱਥੇ ਗੁਰਬਾਣੀ ਪੜ੍ਹਦਾ, ਮੈਂ ਉਹਨੂੰ ਹੀ ਨਮਸਕਾਰ ਕਰਦਾ ਆ। ਅੱਜ ਤੋਂ ਮੈਂ ਕਿਸੇ ਗੁਰੂ ਘਰ ਦੇ ਵਿੱਚ ਨਹੀਂ ਜਾਵਾਂਗਾ। ਮੈਨੂੰ ਡਰ ਲੱਗਦਾ, ਮੈਂ ਇੱਕ ਸਿੱਖ ਹੋ ਕੇ ਡਰ ਰਿਹਾ।
कि मेरे ते किते किसे गुरु घर दे विच बेअदबी दा इल्जाम ला के किते मेरा कतल ना करवा दिता जाए, क्योंकि विरोधियों ने 9 हमले किते मैनू मरवाउण वास्ते, बट मैं अकाल पुरख की कृपा नाल ते अपने दम दे नाल और मेरे 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 संविधान ने जो मैनू इजाजत दी है कि मैं अपना बचाव करने वास्ते मैं अपना लाइसेंसी हथियार रख सकता, वो मेरी बचाव करता है। मेरी सूझबूझ ते चलाकी ने मैनू बचाया होया। मैं यारां दा यारा ते जो दुश्मन ने ते उन्हां नू दुश्मन बन के ही टक्करदा। सो साथियों, तुहाडा वीर आ तुहाडे सामने बैठा, शरेआम घुमदा, कल्ला जांदा जिथे जांदा, क्योंकि मरना इक्को वारी आ। जेड़े कायर लोग ने और हर रोज मरदे ने, लेकिन जेड़ा योधा और सूरमा हुंदा अपने महापुरुषां दी सोच ते पहरा दिंदा, वो इक्को वारी मरदा। चरखड़ियां दे उत्ते एवें नहीं चढ़िया गया सी, क्योंकि महापुरुषां दी सोच नाल सी, गुरबाणी दी ताकत नाल सी। इसे करके ही बंद बंद कटवाए, खोपड़ियां लवाइयां और अग ला के रूण दे नाल और जेड़े कोलू सीगे उन्हां दे विच पिसवाए गए। उन्हां लोकां दे नाल गुरबाणी दी ताकत सी, वो इक्को वारी मरे आ ते मरना आपां सारिआं ने इक्को वारी आ। मरन दी परवाह नहीं, चिंता नहीं कोई। हक सच दे लई हो सकदा कि ये वीडियो तुसीं देख रहे हो शायद मैं उदों तक जिउंदा ही ना होवां, लेकिन मैं लाइव चल रहा। लेकिन आने वाले समय दे विच मैं अगर इस दुनिया ते रवां ना रवां, लेकिन असीं वो लहर चला दित्ती आ, गरीब लोकां नूं जगाउणा शुरू कर दित्ता आ। वो गरीब जिहड़ा आ गिला बरूद आ, उस बरूद नूं असीं गुरुआं दी सोच दे नाल, बाणी दे नाल और अपने संविधान दे नाल असीं उन्हां नूं जगाउणा शुरू करता आ। उस गिले बरूद नूं असीं सुका दित्ता आ। सानूं यकीन है मैं अगर जिउंदा ना रहा कदी, अगर मैं कदी जिउंदा ना रहा, लेकिन मेरी विचारधारा, मेरी सोच मेरे गुरुआं दे उत्ते, मेरी सोच मेरे गुरुआं नूं फॉलो करदी आ, अपने 35 महापुरुषों नूं फॉलो करदी आ, भगवान वाल्मीकि जी नूं फॉलो करदी आ, सतगुरु रविदास जी नूं, 35 महापुरुष जो गुरु ग्रंथ साहिब च विराजमान ने, सतगुरु रविदास जी भी उहदे च विराजमान ने। उन्हां दे सोच दे उत्ते असीं पहरा दे रहे हैं। डॉक्टर बाबा साहब भीमराव अंबेडकर जी की सोच के उत्ते पहरा दे रहे हैं, और सानू कोई डर नहीं। असी उस अकाल पुरख तो डरते हैं, उस तो इलावा असी बंदे तो किसी तो नहीं डरते। और बंदे की की मजाल आ कि वह किसी का कुछ बिगाड़ दे। शरीर सब दे कच दे आ, शरीर सब दे इक्को जे आ। सो साथियों, हिम्मत नहीं हारनी, गरीबां ने कदी दबना नहीं है। तुहाडा मान मत्ता इतिहास आ। तुहाडे उत्ते अगर मेरे ते 22 परचे करवा के मेरी आवाज दबाउण की कोशिश की गई तो नहीं दबा सके विरोधी। मेरे ते 9 हमले करवा के मेरी आवाज नहीं दबा सके। इन्हें सोचा भी डर जूगा। मैं होर खुल के बोलिया, होर हौसला वधिया मेरा, होर जिगरा वधिया है मेरा। मैं इन्हां 2 दुखी दे बंदियां तो मैं नहीं डरदा, ये 2 टके दे बंदियां तो मैं नहीं डरदा। ऐ गरीबो, ऐ मजदूरो, तुहाडा मान मत्ता इतिहास आ। तुसीं इस देश दे राजे आ, तुहाडे पुरखियां ने खून रोड़िया आ। ये लोग जो गद्दार लोग सी, जिन्हां ने गुरु साहब दे घोड़े दियां लगामां फड़ के तनख्वाह मंगियां, जिन्हां ने गुरु साहब नूं धोखा दिता, छड़ के भजे, और जिन्हां ने मुखबरियां करके चमकौरे जट वर्गे ने गुरु साहब दा दस्सिया कि गुरु साहब उन्हां दी गढ़ी दे विच इन्हें लुको दिते आ, उन्हां दी मुखबरी की गई मुगलों के कोलों। ये लोगों का इतिहास बहुत ज्यादा गद्दारियां नाल भरिया होया। बहुत जल्दी जलियांवाला बाग 1919 विसाखी वाले दिन जो जलियांवाले बाग च जो घटना घटी सी, ओदा मैं तुहाडे सामने सच लैके आवांगा। जसदेव सिंह जस्सोवाल एक हुंदे सी, वो हुण इस दुनिया च नहीं है। प्रोफैसर मोहन सिंह वो एक मेला कराउंदे हुंदे सीगे पंजाबी भवन च। जसदेव सिंह जस्सोवाल ने पार्लियामेंट दे विच एक मुद्दा चुकिया सी। वो मुद्दा जलियांवाले बाग दा 1919 विसाखी वाले दिन किहड़े लोकां दा कतल किया गया सी ते किन्हां वल्लों करवाया गया सी, वो तुहाडे कोल बहुत जल्द 1-2 दिनां च लाइव होके वो सारी सच्चाई तुहाडे सामने रखांगे। किहड़े गद्दारां ने उत्थे कतल करवाया सीगा, वो तुहाडे सामने उन्हां दी गद्दारी दसांगे। किन्हां ने सरोपा पा के जनरल डायर नूं सन्मानित कीता सी, उन्हां गद्दारां दी गद्दारी भी तुहाडे सामने रखांगे। साथियों, अपना बचाव आप करो। मैनू तो हुण डर लगन लग पिया। मैं अज तो कदी किसी गुरु घर च नहीं जावांगा। गुरु साहब साडे घर दे विच ही विराजमान ने। गुरबाणी सर्चर इत्थे मोबाइल फोन दे विच गुरबाणी सर्चर है, गुरबाणी आ जाती, मैं उन्होंने पढ़ूंगा,
ਉਹਨੂੰ ਨਮਸਕਾਰ ਕਰੂੰਗਾ। ਮੈਂ ਡਰ ਗਿਆ, ਮੈਂ ਕਦੀ ਕਿਸੇ ਗੁਰੂ ਘਰ 'ਚ ਨਹੀਂ ਜਾਊਂਗਾ। ਹਾਂ, ਅਗਰ ਗਿਆ ਕੋਈ ਵੱਡਾ ਇਤਿਹਾਸਕ ਸਥਾਨ ਆ, ਉੱਥੇ ਜਾਵਾਂਗੇ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ। ਪਰ ਮੈਨੂੰ ਹੁਣ ਡਰ ਲੱਗਦਾ, ਮੈਂ ਇੱਕ ਸਿੱਖ ਹੋ ਕੇ ਡਰ ਰਿਹਾ ਕਿ ਮੈਂ ਹੁਣ ਕਿਸੇ ਗੁਰੂ ਘਰ 'ਚ ਕਿਤੇ ਗਿਆ ਤੇ ਕਿਤੇ ਵਿਰੋਧੀਆਂ ਨੇ ਮੇਰੇ ਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਮੇਰਾ ਕਤਲ ਕਰ ਦਿੱਤਾ, ਤੇ ਫਿਰ ਆਵਾਜ਼ ਕੌਣ ਚੁੱਕੇਗਾ ਗਰੀਬਾਂ ਦੀ। ਪਰ ਚਲੋ, ਬਹੁਤ ਸਾਰੇ ਸਾਥੀ ਉੱਠ ਚੁੱਕੇ ਨੇ ਜਿਹੜੇ ਗਰੀਬਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਦੇ ਆ, ਗਰੀਬਾਂ ਦੇ ਹੱਕ ਦੀ ਗੱਲ ਕਰਦੇ ਆ। ਅਗਰ ਮੈਂ ਨਹੀਂ ਵੀ ਰਿਹਾ ਇਸ ਦੁਨੀਆ ਦੇ ਉੱਤੇ, ਮੈਨੂੰ ਯਕੀਨ ਆ ਕਿ ਤੁਸੀਂ ਯੋਧੇ ਹੋ, ਤੁਸੀਂ ਜਾਗ ਚੁੱਕੇ ਹੋ। ਤੁਸੀਂ ਹੁਣ ਆਪਣੇ ਹੱਕਾਂ ਲਈ ਲੜੋਗੇ, ਆਪਣੇ ਮਹਾਪੁਰਸ਼ਾਂ ਦੀ ਸੋਚ ਤੇ ਪਹਿਰਾ ਦੇਵੋਗੇ, ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦੇਵੋਗੇ, ਜਿਨ੍ਹਾਂ ਨੇ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨ 'ਚ ਤੁਹਾਡੇ ਅਧਿਕਾਰ ਲਿਖ ਕੇ ਤੁਹਾਨੂੰ ਦਿੱਤੇ ਆ, ਔਰ ਉਹ ਅਧਿਕਾਰ ਤੁਹਾਨੂੰ ਮਿਲੇ ਆ। ਸੋ ਜਾਗੋ, ਆਪਣਾ ਇਤਿਹਾਸ ਖੰਗਾਲੋ, ਔਰ ਮੇਰੀਆਂ ਗੱਲਾਂ ਨੂੰ ਯਾਦ ਰੱਖਿਓ। ਬੇਸ਼ੱਕ ਕਈ ਲੋਕ ਮੈਨੂੰ ਕਹਿੰਦੇ ਹੋਣਗੇ ਕਿ ਇਹ ਭੌਂਕਦਾ ਕੁੱਤੇ ਦੀ ਤਰ੍ਹਾਂ। ਹਾਂ, ਮੈਂ 35 ਮਹਾਪੁਰਸ਼ਾਂ ਦੇ ਦਰ ਦਾ ਕੁੱਤਾ ਆ। ਹਾਂ, ਮੈਂ ਆਪਣੇ 35 ਮਹਾਪੁਰਸ਼ਾਂ ਦੇ ਦਰ ਦਾ ਕੁੱਤਾ ਆ। ਮੈਂ ਭੌਂਕ ਕੇ ਆਪਣੇ ਗਰੀਬ ਲੋਕਾਂ ਨੂੰ ਜਗਾ ਰਿਹਾ ਕਿ ਤੁਹਾਡੇ ਹੱਕ ਮਾਰੇ ਜਾ ਰਹੇ ਆ। ਤੁਹਾਡੇ ਹੱਕ ਦੀ 2 ਰੁਪਏ ਕਿਲੋ ਵਾਲੀ ਕਣਕ ਪਿੰਡਾਂ ਦੇ ਅਮੀਰ ਭਿਖਾਰੀ ਉਹ ਕਣਕ ਲੈ ਕੇ ਆਪਣੀਆਂ ਮੱਝਾਂ ਨੂੰ ਪਾਈ ਜਾ ਰਹੇ ਆ। ਤੁਹਾਡੇ ਹੱਕਾਂ ਦੇ ਨੀਲੇ ਕਾਰਡ ਅਮੀਰ ਭਿਖਾਰੀ ਬਣਾਈ ਜਾ ਰਹੇ ਆ। ਤੁਹਾਡੇ ਹੱਕ ਜਿਹੜੇ ਨੇ ਉਹ ਤੁਹਾਡੇ ਨਾਮ ਦੇ ਉੱਤੇ ਐਸਸੀ ਸਰਟੀਫਿਕੇਟ ਬਣਾ ਕੇ ਅਮੀਰ ਭਿਖਾਰੀ ਪਿੰਡਾਂ ਦੇ ਧਨਾੜ ਚੌਧਰੀ ਤੁਹਾਡੀਆਂ ਨੌਕਰੀਆਂ ਖਾਈ ਜਾ ਰਹੇ ਆ। ਐ ਮੇਰੇ ਹਿੰਦੂ ਭਰਾਵੋ, ਐ ਮੇਰੇ ਸਨਾਤਨੀ ਭਰਾਵੋ, ਆਓ ਆਪਾਂ ਸਾਰੇ ਰਲ ਕੇ ਜ਼ੁਲਮੀ ਲੋਕਾਂ ਦੀ ਜੜ ਪੱਟ ਕੇ ਰੱਖ ਦਈਏ। ਲੇਕਿਨ ਮੈਂ ਅਗਰ ਸਿੱਖ ਹੋ ਕੇ ਡਰ ਰਿਹਾ ਕਿ ਮੈਂ ਅੱਜ ਤੋਂ ਕਿਸੇ ਛੋਟੇ ਮੋਟੇ ਗੁਰੂ ਘਰ 'ਚ ਨਹੀਂ ਜਾਊਂਗਾ, ਕਿਤੇ ਵਿਰੋਧੀ ਮੇਰੀਆਂ ਵੀਡੀਓ ਦੇਖਦੇ ਹੋਣ, ਮੈਂ ਸੱਚ ਬੋਲਦਾ ਆ, ਹੋ ਸਕਦਾ ਕੋਈ ਵਿਰੋਧੀ ਮੇਰੇ ਤੇ ਇਲਜ਼ਾਮ ਲਾ ਕੇ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਲਈ ਅਸੀਂ ਆਪਣੀ ਜਾਨ ਵੀ ਹਾਜ਼ਰ ਦੇ ਕਰ ਸਕਦੇ ਆ। ਪਰ ਇਹਨਾਂ ਝੂਠੇ ਲੋਕਾਂ ਦਾ ਕੋਈ ਪਤਾ ਨਹੀਂ, ਜਿੱਦਾਂ ਅੱਜ ਸਿੰਘੂ ਬਾਰਡਰ ਦੇ ਉੱਤੇ ਇੱਕ ਗਰੀਬ ਦਾ ਕਤਲ ਕਰ ਦਿੱਤਾ ਗਿਆ ਬੇਅਦਬੀ ਦਾ ਇਲਜ਼ਾਮ ਲਾ ਕੇ, ਇਹ ਲੋਕ ਸ਼ਾਇਦ ਤੁਹਾਡਾ ਸਾਡਾ ਵੀ ਕਤਲ ਕਰਾ ਸਕਦੇ ਆ। ਭਾਈ, ਅੱਜ ਤੋਂ ਬਾਅਦ ਅਗਰ ਕੋਈ ਗੁਰੂ ਘਰ 'ਚ ਜਾਂਦਾ, ਉਹ ਆਪਣੀ, ਜਿਵੇਂ ਬੱਸ ਦੇ ਵਿੱਚ ਲਿਖਿਆ ਹੁੰਦਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਭਾਈ, ਗੁਰੂ ਘਰਾਂ ਦੇ ਵਿੱਚ ਸੋਚ ਸਮਝ ਕੇ ਜਾਇਓ। ਅੱਜ ਕੱਲ੍ਹ ਧਰਮਾਂ ਦੇ ਨਾਮ ਦੇ ਉੱਤੇ ਧਰਮਾਂ ਨੂੰ ਢਾਲ ਬਣਾ ਕੇ ਰਾਜਨੀਤੀਆਂ ਖੇਡੀਆਂ ਜਾ ਰਹੀਆਂ, ਮੌਬ ਲੰਚੀ ਕੀਤੀ ਜਾ ਰਹੀ ਹੈ, ਗਰੀਬਾਂ ਦੇ ਕਤਲ ਕੀਤੇ ਜਾ ਰਹੇ ਆ। ਦੇਖਿਓ, ਆਪਣੀ ਜਾਨ ਮਾਲ ਦੀ ਤੁਸੀਂ ਸੰਭਾਲ ਆਪ ਕਰਨੀ ਆ, ਔਰ ਕੋਸ਼ਿਸ਼ ਕਰੋ ਇਹਨਾਂ ਜਿਹੜੇ ਵੀ ਧਾਰਮਿਕ ਸਥਾਨ ਇਹਨਾਂ ਬਣਾ ਕੇ, ਇਹ ਜਿਹੜੇ ਪ੍ਰਧਾਨਗੀਆਂ ਕਰਕੇ ਗੁਰੂ ਘਰਾਂ ਤੋਂ ਆਪਣਾ ਘਰ ਚਲਾਉਂਦੇ ਆ, ਤੁਸੀਂ ਗੋਲਕਾਂ 'ਚ ਅਗਰ ਦਾਨ ਕਰਨਾ ਤੇ 1 ਰੁਪਈਆ ਪਾਓ, ਲੇਕਿਨ ਆਪਣਾ ਬਚਾਅ ਕਰਕੇ ਜਾਇਓ ਭਾਈ, ਕਿਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਕਿਤੇ ਤੁਹਾਡਾ ਕਤਲ ਨਾ ਕਰ ਦਿੱਤਾ ਜਾਵੇ। ਆਪਣੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਆ, ਨਿਖੇਧੀ ਕਰਦਾ ਆ ਕਿ ਪਗੜੀਧਾਰੀ ਅੱਤਵਾਦੀਆਂ ਨੇ ਪਿਛਲੇ 3-4 ਦਿਨ ਤੋਂ ਉਹਨਾਂ ਦੇ ਨਾਲ ਰਹਿ ਰਹੇ ਇੱਕ ਗਰੀਬ ਦਾ ਕਤਲ ਕਰ ਦਿੱਤਾ ਬੇਅਦਬੀ ਦਾ ਇਲਜ਼ਾਮ ਲਾ ਕੇ, ਔਰ ਬੇਰਹਿਮੀ ਦੇ ਨਾਲ ਉਹਦੀ ਲੱਤ ਤੇ ਬਾਹ ਵੱਢ ਕੇ ਉਹ ਪਾਣੀ ਮੰਗਦਾ ਰਿਹਾ, ਉਹ ਇਲਾਜ ਲਈ ਤੜਫਦਾ ਰਿਹਾ, ਤੇ ਉਹ ਸਿੱਖੀ ਨੂੰ ਸ਼ਰਮਸਾਰ ਕੀਤਾ, ਜਿਹੜੀ ਸਿੱਖੀ ਆਕਸੀਜਨ ਦੇ ਲੰਗਰ ਲਾਉਂਦੀ ਹੈ, ਭੁੱਖਿਆਂ ਨੂੰ ਰੋਟੀ ਖਵਾਉਂਦੀ ਹੈ, ਔਰ ਜਿਹੜੀ ਗਰੀਬ ਦੀਨ ਦੁਖੀਆਂ ਦਾ ਇਲਾਜ ਕਰਦੀ ਆ, ਉਸ ਸਿੱਖੀ ਨੂੰ ਇਹਨਾਂ ਨੇ ਅੱਜ ਸ਼ਰਮਸਾਰ ਕਰ ਦਿੱਤਾ ਆ। ਮੈਂ ਇਹਨਾਂ ਪਗੜੀਧਾਰੀ ਅੱਤਵਾਦੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਈ ਆ ਔਰ ਇਸ ਘਟਨਾ ਨੂੰ ਅੰਜਾਮ ਦਿੱਤਾ ਆ, ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਆਪਣਾ ਬਚਾਅ ਕਰੋ, ਸੋਚ ਸਮਝ ਕੇ ਜਾਇਓ ਭਾਈ। ਗੁਰੂ ਘਰਾਂ 'ਚ ਕਤਲ ਕਰ ਦਿੱਤੇ ਜਾਂਦੇ ਆ, ਧਰਮ ਨੂੰ ਢਾਲ ਬਣਾ ਕੇ, ਬੇਅਦਬੀ ਦਾ ਇਲਜ਼ਾਮ ਲਾ ਕੇ। ਆਪਣਾ ਭਾਈ ਬਚਾਅ ਕਰੋ, ਤੁਹਾਡੇ ਅੰਦਰ ਪ੍ਰਮਾਤਮਾ ਆ। ਅਗਰ ਤੁਸੀਂ ਗੁਰਬਾਣੀ ਨੂੰ ਨਮਸਕਾਰ ਕਰਨਾ ਆ, ਜਿਹੜੇ ਗੁਰਦੁਆਰਾ ਸਾਹਿਬ ਨੇ ਅੱਜ ਕੱਲ੍ਹ ਪਿੰਡਾਂ 'ਚ ਜਾਂ ਗਲੀਆਂ 'ਚ ਬਣੇ ਨੇ, ਇਹ ਸਿਰਫ ਗੋਲਕਾਂ ਦੇ ਲਾਲਚ 'ਚ ਬਣਾਏ ਗਏ ਨੇ, ਇਸੇ ਕਰਕੇ ਬੇਅਦਬੀਆਂ ਵਧੀਆਂ ਹੋਈਆਂ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਹੈ, ਜੇ ਬੇਅਦਬੀਆਂ ਰੋਕਣੀਆਂ, ਇਹ ਗੁਰੂ ਘਰ ਜਿਹੜੇ ਨੇ ਹਰ ਪਿੰਡ 'ਚ ਇੱਕ ਹੋਵੇ, ਇੱਕ ਮਹੱਲੇ 'ਚ ਇੱਕ ਗੁਰੂ ਘਰ ਹੋਵੇ। ਇੱਥੇ ਗਲੀਆਂ ਦੇ ਵਿੱਚ ਗੁਰੂ ਘਰ ਬਣੇ ਨੇ, ਔਰ ਸੰਗਰਾਂਦਾਂ ਦੇ ਉੱਤੇ ਪੈਸੇ ਇਕੱਠੇ ਕਰਦੇ ਨੇ। ਇਹਨਾਂ ਲੋਕਾਂ ਨੇ ਕਦੀ ਕਿਸੇ ਗਰੀਬ ਦੀ ਮਦਦ ਨਹੀਂ ਕੀਤੀ ਹੁੰਦੀ, ਕਦੀ ਇਹ ਕਿਸੇ ਬੱਚੇ ਨੂੰ ਗਰੀਬ ਨੂੰ ਪੜ੍ਹਾਉਂਦੇ ਨਹੀਂ ਆ। ਸਾਨੂੰ ਗਲੀ 'ਚ ਸਕੂਲ ਚਾਹੀਦੇ ਆ ਜਿੱਥੇ ਗਰੀਬਾਂ ਦੇ ਮਜ਼ਦੂਰਾਂ ਦੇ ਬੱਚੇ ਪੜ੍ਹ ਸਕਣ। ਸਾਨੂੰ ਹੁਣ ਧਾਰਮਿਕ ਸਥਾਨਾਂ ਤੋਂ ਤੋਬਾ ਹੋ ਗਈ। ਮੈਨੂੰ ਡਰ ਲੱਗਦਾ, ਮੇਰੇ ਸਿਰ ਤੇ ਪੱਗ ਆ, ਮੈਂ ਸਿੱਖਿਆ, ਪਰ ਮੈਨੂੰ ਡਰ ਲੱਗਦਾ ਹੁਣ ਕਿਤੇ ਬੇਅਦਬੀ ਦਾ ਇਲਜ਼ਾਮ ਲਾ ਕੇ, ਮੈਂ ਹੱਕ ਸੱਚ ਦੀ ਗੱਲ ਕਰਦਾ ਬੋਲਦਾ, ਕਿਤੇ ਮੇਰਾ ਕਤਲ ਨਾ ਕਰਵਾ ਦਿੱਤਾ ਜਾਵੇ। ਅੱਜ ਤੋਂ ਮੈਂ ਤੋਬਾ ਕਰਦਾ, ਮੈਂ ਕਿਸੇ ਕਦੀ ਗੁਰੂ ਘਰ ਦੇ ਵਿੱਚ ਨਹੀਂ ਜਾਊਂਗਾ।
ਹਾਂ ਮੇਰੇ ਨਾਲ ਕੋਈ 10 20 50 ਬੰਦੇ ਹੋਣਗੇ ਜਾਂ ਕਿਤੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ, ਅਗਰ ਕਿਤੇ ਕੋਈ ਸਬਬ ਬਣਿਆ ਤੇ ਮੱਥਾ ਟੇਕ ਲਾਂਗੇ, ਨਹੀਂ ਤਾਂ ਸਾਡੇ ਘਰ ਦੇ ਵਿੱਚ ਹੀ ਗੁਰਬਾਣੀ ਆ, ਮੋਬਾਈਲ ਦੇ ਵਿੱਚ ਹੀ ਗੁਰਬਾਣੀ ਆ, ਗੁਰੂ ਸਾਹਿਬ ਅੰਦਰ ਨੇ, ਮਨਾਂ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਇੱਥੇ ਹੀ ਨਮਸਕਾਰ ਕਰਦੇ ਆ। ਮੈਂ ਤੇ ਭਾਈ ਤੋਬਾ ਕਰਦਾ, ਲੰਗਰ ਦਾ ਸਾਨੂੰ ਲਾਲਚ ਨਹੀਂ, ਵਾਹਿਗੁਰੂ ਇੱਥੇ ਘਰੇ ਹੀ ਬਹੁਤ ਖੁੱਲੇ ਗੱਫੇ ਛੱਡਦਾ। ਸੋ ਜਿਹੜੇ ਅੱਤਵਾਦੀ ਫੰਡਿੰਗ ਦੇ ਚੱਕਰ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ, ਉਹਨਾਂ ਨੂੰ ਅਸੀਂ ਠੱਲ ਪਾਉਣੀ ਆ। ਆਪਣਾ ਬਚਾਅ ਆਪਾਂ ਆਪ ਕਰੀਏ, ਸੋਚ ਸਮਝ ਕੇ ਗੁਰੂ ਘਰ ਜਾਇਓ। ਧਰਮ ਨੂੰ ਢਾਲ ਬਣਾ ਕੇ ਬੇਅਦਬੀ ਦੇ ਇਲਜ਼ਾਮ ਲਾ ਕੇ ਅੱਜ ਕੱਲ ਕਤਲ ਕੀਤੇ ਜਾਂਦੇ ਆ ਗਰੀਬਾਂ ਦੇ, ਆਪਣਾ ਬਚਾਅ ਆਪ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਵੀਡੀਓ ਨੂੰ ਸ਼ੇਅਰ ਕਰ ਦਿਓ। ਜਿਹੜੇ ਇੱਥੇ ਸਾਡੇ ਮੂਰਖ ਭਰਾ ਗਲਤ ਕਮੈਂਟ ਕਰਦੇ ਆ, ਸਾਨੂੰ ਪਤਾ ਹੈ ਇਹ ਮੂਰਖ ਆ, ਔਰ ਇਹਨਾਂ ਦੀ ਜਦੋਂ ਅਸੀਂ ਕਹਿ ਹੀ ਦਿੱਤਾ ਵੀ ਇਹ ਮੂਰਖ ਆ, ਤੇ ਇਹਨਾਂ ਦੇ ਕਮੈਂਟ ਜਦੋਂ ਨੈਗੇਟਿਵ ਤੁਸੀਂ ਦੇਖੋਗੇ ਤੇ ਤੁਹਾਨੂੰ ਮੂਰਖਾਂ ਦੀ ਜੇ ਪਹਿਚਾਣ ਕਰਨੀ ਹੋਊਗੀ, ਇੱਥੇ ਨੈਗੇਟਿਵ ਕਮੈਂਟ ਕਰਨ ਵਾਲੇ ਵੇਖ ਲਿਓ, ਇਹ ਮੂਰਖਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਔਰ ਇਹ ਮੂਰਖ ਜਿਹੜੇ ਨੇ ਇਹ ਗੁਰਬਾਣੀ ਤੋਂ ਦੂਰ ਨੇ, ਇਹ ਉਸ ਅਕਾਲ ਪੁਰਖ ਦੇ ਸਿਧਾਂਤਾਂ ਤੋਂ ਦੂਰ ਨੇ। ਬੈਸਟ ਆਫ ਲੱਕ, ਧੰਨਵਾਦ ਜੀ।